ਤੂੰ ਠਾਕੁਰ ਊਚ ਭਗਵਾਨਾ, ਕਿਆ ਗੁਣ ਤੇਰੇ ਸਾਰ ਸੰਭਾਲੀ। ਮੋਹਿ ਨਿਰਗੁਣ ਕੇ ਦਾਤਾਰੇ, ਬੈ ਖਰੀਦ ਕਿਆ ਕਰੇ ਚਤੁਰਾਈ। ਇਹ ਜੀਉ ਪਿੰਡ ਸਭ ਥਾਰੇ, ਲਾਲ ਰੰਗੀਲੇ ਪ੍ਰੀਤਮ ਮਨ ਮੋਹਨ। ਤੇਰੇ ਦਰਸ਼ਨ ਕਉ ਹਉ ਵਾਰੇ, ਲਾਲ ਰੰਗੀਲੇ ਪ੍ਰੀਤਮ ਮਨ ਮੋਹਨ। ਤੇਰੇ ਦਰਸ਼ਨ ਕਉ ਹਉ ਵਾਰੇ। ਪਰਮ ਸਨਮਾਨਯੋਗ ਜੁਗੋ ਜੁਗ ਅਟਲ, ਚਵਰ ਛਤਰ ਤਖ਼ਤ ਦੇ ਮਾਲਕ, ਹਾਜ਼ਰਾ ਹਜ਼ੂਰ ਜ਼ਹਾਰਾ ਜ਼ਹੂਰ ਸਰਬ ਕਲਾਮ ਭਰਪੂਰ। ਰਾਜਾਨ ਰਾਜ ਪਾਨਾਨ ਪਾਨ, ਦੇਵਾਨ ਦੇਵ ਉਪਮਾ ਮਹਾਨ। ਵਾਲੀਏ ਕੁਲ ਦੋ ਜਹਾਂ, ਲੋਕ ਪਰਲੋਕ ਹਲਤ ਪਲਤ ਦੇ ਸਹਾਏ। ਦੋ ਜਹਾਨਾਂ ਦੇ ਵਾਲੀ, ਦਸਾਂ ਹੀ ਪਾਤਸ਼ਾਹੀਆਂ ਦੀ ਆਤਮਿਕ ਜੋਤ। ਗੁਰਤਾ ਗੱਦੀ ਉੱਤੇ ਸੁਭਾਏ ਮਾਨ, ਧੰਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਦਾ ਆਨੰਦ ਮਾਣ ਰਹੇ ਗੁਰੂ ਕੇ ਮਹਾਨ ਸਤਸੰਗੀ ਜਨੋ। ਭਾਗਾਂ ਵਾਲੇ ਹੋ ਆਪ ਜੀ, ਜੋ ਕਿ ਨੌਵੇਂ ਨਾਨਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਅੰਮ੍ਰਿਤਮਈ ਬਾਣੀ ਆਸਾ ਕੀ ਵਾਰ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ, ਜਿਸ ਦੇ ਵਿੱਚ ਉੱਤਮ ਸਿੱਖਿਆ ਮੇਰੇ ਮਾਲਕ ਨੇ ਦਿੱਤੀ। ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਸਤਿਗੁਰੂ ਜੀ ਦੀ ਇਸ ਸਿੱਖਿਆ ਦਿਖਿਆ ਨੂੰ ਮਨ ਵਿੱਚ ਧਾਰਨ ਕਰਦਿਆਂ ਹੋਇਆਂ ਆਓ ਆਪਾਂ ਵੀ ਗੁਰ ਸ਼ਬਦ ਦੀ ਸਿੱਖਿਆ ਨੂੰ ਗ੍ਰਹਿਣ ਕਰੀਏ। ਗੁਰ ਸ਼ਬਦ ਦੇ ਨਾਲ ਆਪਣੇ ਮਨ ਨੂੰ ਜੋੜਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਸਾਰੇ ਹੀ ਪਿਆਰ ਵਿੱਚ ਭਿੱਜ ਕੇ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਮਨੁੱਖ ਰਸਤੇ ਉੱਤੇ ਤੁਰਿਆ ਜਾ ਰਿਹਾ ਹੈ। ਚਾਰੇ ਪਾਸੇ ਹਨੇਰਾ ਹੈ। ਕੇਵਲ ਹਨੇਰਾ ਹੀ ਨਹੀਂ ਹੈ, ਜੰਗਲੀ ਰਸਤਾ ਹੈ। ਜੰਗਲੀ ਰਸਤੇ ਤੋਂ ਭਾਵ ਬਹੁਤ ਭਿਆਨਕ ਰਸਤਾ ਹੈ, ਡਰਾਵਣਾ ਰਾਹ ਹੈ, ਜਿੱਥੇ ਕਿ ਆਮ ਵਿਅਕਤੀ ਦਾ ਲੰਘਣਾ ਬਹੁਤ ਔਖਾ ਹੈ, ਬਹੁਤ ਔਖਾ ਹੈ। ਔਰ ਜਿਸ ਰਾਹ ਉੱਤੇ ਤੁਰ ਰਿਹਾ ਹੈ, ਜਿੱਥੇ ਹਨੇਰਾ ਹੈ, ਜਿੱਥੇ ਜੰਗਲ ਹੈ, ਉੱਥੇ ਯਾਦ ਰੱਖਣਾ ਇਹ ਰਾਹ ਜਿਹੜਾ ਹੈ ਉਹ ਬਹੁਤਾ ਪੱਧਰਾ ਰਾਹ ਨਹੀਂ ਹੈ, ਸੁਖਾਵਾਂ ਰਾਹ ਨਹੀਂ ਹੈ। ਕਿਤੇ ਟੋਏ ਨੇ, ਟਿੱਬੇ ਨੇ, ਕਿਤੇ ਬਰਸਾਤ ਦਾ ਪਾਣੀ ਭਰਿਆ ਹੋਇਆ ਹੈ। ਔਰ ਯਾਦ ਰੱਖਣਾ ਇਹ ਦਿਨ ਵੀ ਬਰਸਾਤ ਦੇ ਹੀ ਚੱਲ ਰਹੇ ਨੇ। ਮਨੁੱਖ ਟੋਇਆਂ ਤੋਂ ਬਚ ਬਚ ਕੇ ਤੁਰਦਾ ਹੈ। ਇਹ ਮਨੁੱਖ ਅੱਗੇ ਵੱਧ ਰਿਹਾ, ਅੱਗੇ ਤੁਰ ਰਿਹਾ, ਪਰ ਹੋਇਆ ਕਿ
ਅਚਾਨਕ ਹੀ ਠੇਡਾ ਲੱਗਾ ਹੈ ਤੇ ਇਹ ਡਿੱਗ ਚੱਲਿਆ ਹੈ। ਠੇਡਾ ਇਸ ਨੂੰ ਇੰਨੇ ਜ਼ੋਰ ਦੀ ਲੱਗਾ ਕਿ ਇਹ ਡਿੱਗ ਚੱਲਿਆ ਸੀ, ਪਰ ਅਚਾਨਕ ਹੀ ਇਸ ਦੀ ਕਿਸੇ ਨੇ ਬਾਂਹ ਫੜ ਲਈ। ਉਸ ਬਾਂਹ ਦਾ ਫੜਨਾ ਸੀ, ਮਨੁੱਖ ਡਿੱਗਣ ਤੋਂ ਬਚ ਗਿਆ, ਡਿੱਗਿਆ ਨਹੀਂ। ਔਰ ਜਿਸ ਤਰ੍ਹਾਂ ਹੀ ਇਸ ਨੂੰ ਕਿਸੇ ਨੇ ਫੜਿਆ, ਇਹਨੂੰ ਮਹਿਸੂਸ ਹੋਇਆ ਮੈਨੂੰ ਕਿਸੇ ਨੇ ਫੜਿਆ, ਮੈਂ ਡਿੱਗ ਚੱਲਿਆ ਸਾਂ, ਤੇ ਬਹੁਤ ਸਾਰੇ ਕਾਰਨ ਇਸ ਦੇ ਮਨ ਵਿੱਚ ਦੌੜ ਰਹੇ ਨੇ, ਬਹੁਤ ਸਾਰੇ ਕਾਰਨ। ਇਹ ਕਹਿੰਦਾ ਮੇਰੇ ਡਿੱਗਣ ਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਹਨੇਰਾ ਹੈ, ਔਰ ਹਨੇਰੇ ਕਾਰਨ ਮੈਨੂੰ ਇਹ ਟੋਇਆ ਨਜ਼ਰ ਨਹੀਂ ਆਇਆ। ਮੇਰੇ ਡਿੱਗਣ ਦਾ ਕਾਰਨ ਇੱਕ ਮੇਰਾ ਭੈ ਭੀਤ ਹੋਣਾ ਵੀ ਹੈ, ਡਰਨਾ ਵੀ ਹੈ, ਕਿਉਂਕਿ ਮੈਂ ਜੰਗਲ ਦੇ ਰਸਤੇ ਵਿੱਚੋਂ ਨਿਕਲ ਰਿਹਾ, ਪਤਾ ਨਹੀਂ ਇੱਥੇ ਕਿੰਨੇ ਚੋਰ ਲੁਟੇਰੇ ਹੋ ਸਕਦੇ ਨੇ ਤੇ ਉਹ ਮੈਨੂੰ ਲੁੱਟ ਸਕਦੇ ਨੇ। ਭੈ ਭੀਤ ਸਾਂ, ਇਸ ਕਰਕੇ ਵੀ ਮੇਰੇ ਡਿੱਗਣ ਦਾ ਕਾਰਨ ਹੋ ਸਕਦਾ ਹੈ। ਇਹ ਮਨ ਹੀ ਮਨ ਵਿੱਚ ਫਿਰ ਕਲਪਨਾ ਕਰਦਾ ਹੈ, ਫਿਰ ਸੋਚਦਾ ਹੈ, ਕਹਿੰਦਾ ਮੇਰੇ ਡਿੱਗਣ ਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਮੈਂ ਜਿਸ ਥਾਂ ਪੈਰ ਟਿਕਾਇਆ ਸੀ ਹਨੇਰੇ ਵਿੱਚ, ਮੈਂ ਸੋਚਿਆ ਸੀ ਇੱਥੇ ਟੋਇਆ ਨਹੀਂ ਹੈ, ਪਰ ਇੱਥੇ ਟੋਇਆ ਨਿਕਲਿਆ। ਮੇਰੇ ਡਿੱਗਣ ਦਾ ਕਾਰਨ ਇੱਕ ਭਰਮ ਵੀ ਹੋ ਸਕਦਾ ਹੈ। ਬਹੁਤ ਸਾਰੇ ਕਾਰਨ ਆਪਣੇ ਮਨ ਵਿੱਚ ਇਹ ਸੋਚਦਾ ਹੋਇਆ ਥੋੜਾ ਸੰਭਲਦਾ ਹੈ ਤੇ ਕਹਿੰਦਾ ਹੈ ਹੋ ਸਕਦਾ ਇਸ ਟੋਏ ਵਿੱਚ ਡਿੱਗਣ ਦਾ ਕਾਰਨ ਇਹ ਹਨੇਰਾ ਵੀ ਹੋਵੇ, ਹਨੇਰਾ ਵੀ ਹੋਵੇ। ਜਿਸ ਪੁਰਸ਼ ਨੇ ਇਹਨੂੰ ਫੜਿਆ ਸੀ, ਜਿਸ ਪੁਰਸ਼ ਨੇ ਇਹਨੂੰ ਡਿੱਗਣ ਤੋਂ ਬਚਾਇਆ ਸੀ, ਉਹ ਪੁਰਸ਼ ਕਹਿੰਦਾ ਹੈ ਸੱਜਣਾ ਕੀ ਸੋਚਦਾ ਪਿਆ, ਤੇਰੇ ਅੰਦਰ ਕੀ ਫੁਰਨਾ ਚੱਲਦਾ ਪਿਆ, ਇਹੀ ਸੋਚਦਾ ਪਿਆ ਨਾ ਕਿ ਮੈਂ ਡਿੱਗਣੋਂ ਕਿਵੇਂ ਬਚ ਗਿਆ। ਕਹਿਣ ਲੱਗੇ ਹਾਂ ਤੁਸੀਂ ਸੱਚ ਬੁੱਝਿਆ ਹੈ, ਮੇਰੇ ਦਿਲ ਦੀ ਗੱਲ ਨੂੰ ਜਾਣ ਲਿਆ ਹੈ, ਸਮਝ ਲਿਆ ਹੈ। ਤੇ ਉਹ ਕਹਿੰਦੇ ਨੇ ਜੇ ਤੂੰ ਮੇਰਾ ਵਾਕ ਨਹੀਂ ਮੰਨਿਆ, ਬਚਨ ਨਹੀਂ ਮੰਨਿਆ, ਤੇ ਅੱਜ ਤੋਂ ਇੱਕ ਗੱਲ ਆਪਣੇ ਜੀਵਨ ਵਿੱਚ ਧਾਰਨ ਕਰ ਲਵੀਂ, ਜੇ ਮੇਰਾ ਵਾਕ ਨਹੀਂ ਮੰਨਿਆ ਨਾ, ਮੇਰਾ ਬਚਨ ਨਹੀਂ ਮੰਨਿਆ, ਇਹ ਤੇ ਇੱਕ ਟੋਏ ਵਿੱਚ ਡਿੱਗੇ, ਪਤਾ ਨਹੀਂ ਇਸ ਤੋਂ ਬਾਅਦ ਕਿੰਨੇ ਟੋਇਆਂ ਵਿੱਚ ਡਿੱਗੇਗਾ, ਖਬਰੇ ਕਿੰਨੇ ਟੋਇਆਂ ਵਿੱਚ ਤੂੰ ਡਿੱਗਦਾ ਰਵੇਂਗਾ। ਔਰ ਜੇ ਬਚਨ ਨਹੀਂ ਮੰਨਿਆ, ਅੱਜ ਤੂੰ ਸੋਚਦਾ ਪਿਆ ਕਿ ਹਨੇਰੇ ਦੇ ਕਾਰਨ ਮੈਂ ਇਸ ਟੋਏ ਵਿੱਚ ਡਿੱਗਿਆ, ਕਈ ਦਫਾ ਅਜਿਹਾ ਵੀ ਹੋ ਜਾਏਗਾ ਤੇਰੇ ਹੱਥ ਦੇ ਉੱਤੇ ਦੀਵਾ ਰੱਖਿਆ ਹੋਏਗਾ, ਤੇਰੇ ਹੱਥ ਵਿੱਚ ਟਾਰਚ ਫੜੀ ਹੋਏਗੀ, ਤੇਰੇ ਕੋਲ ਲੈਂਟੈਨ ਹੋਏਗੀ, ਪਰ ਯਾਦ ਰੱਖ ਹੱਥ ਉੱਤੇ ਦੀਵਾ ਰੱਖਿਆ ਵੀ ਕਈ ਵਾਰ ਤੇਰੇ ਵਰਗੇ ਮੈਂ ਡਿੱਗਦੇ ਹੀ ਵੇਖੇ ਨੇ, ਡਿੱਗਦੇ ਵੇਖੇ ਨੇ। ਅਜਿਹਾ ਵੀ ਹੋ ਜਾਂਦਾ ਹੈ, ਨਹੀਂ ਹੁੰਦਾ। ਤੁਸੀਂ ਆਖੋਗੇ ਕਿ ਗਿਆਨੀ ਜੀ ਹੱਥ ਵਿੱਚ ਲਾਈਟ ਫੜੀ ਹੋਈ ਹੈ, ਹੱਥ ਉੱਤੇ ਦੀਵਾ ਹੈ, ਫਿਰ ਕਿਵੇਂ ਡਿੱਗ ਸਕਦਾ ਹੈ। ਪਰ ਮੈਂ ਨਹੀਂ ਆਖ ਰਿਹਾ ਇਹ ਗੱਲ, ਸਤਿਗੁਰੂ ਦੀ ਬਾਣੀ ਕਹਿੰਦੀ ਹੈ, ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਮਹਾਰਾਜ ਆਖਦੇ ਨੇ ਚੇਤੇ ਰੱਖ ਐ ਇਨਸਾਨ, ਮਨ ਜਾਣਤ ਸਭ ਬਾਤ, ਜਾਣਤ ਹੀ ਔਗੁਣ ਕਰੈ, ਕਾਹੇ ਕੀ ਕੁਸਲਾਤ, ਹਾਥ ਦੀਪ ਕੂਏ ਪਰੈ। ਹੱਥ ਉੱਤੇ ਦੀਵਾ ਹੈ, ਮਨੁੱਖ ਖੂਹ ਵਿੱਚ ਡਿੱਗ ਰਿਹਾ ਹੈ। ਇਸ ਤਰ੍ਹਾਂ ਇਹ ਇੱਕ ਮਨੁੱਖ ਨਹੀਂ ਜਿਹੜਾ ਟੋਇਆਂ ਵਿੱਚ ਡਿੱਗ ਰਿਹਾ ਹੈ, ਬੇਅੰਤ ਨੇ
बहुत ने ਜਿਹੜੇ ਟੋਇਆਂ ਵਿੱਚ ਡਿੱਗ ਰਹੇ ਨੇ ਔਰ ਰਾਤ ਦਿਨ ਡਿੱਗ ਰਹੇ ਨੇ। ਕੋਈ ਠੇਡੇ ਖਾ ਕੇ ਗਿਰ ਰਿਹਾ ਹੈ, ਕੋਈ ਅਗਿਆਨਤਾ ਵਸ ਡਿੱਗਦਾ ਪਿਆ ਹੈ, ਕੋਈ ਭਰਮ ਵਸ ਡਿੱਗਦਾ ਪਿਆ ਹੈ, ਕੋਈ ਮੋਹ ਅਤੇ ਲਾਲਚ ਵਸ ਡਿੱਗਦਾ ਪਿਆ ਹੈ, ਕੋਈ ਕਾਮ ਦੇ ਖੂਹ ਵਿੱਚ ਡਿੱਗ ਰਿਹਾ ਹੈ, ਕੋਈ ਕ੍ਰੋਧ ਦੇ ਖੂਹ ਵਿੱਚ ਡਿੱਗ ਰਿਹਾ ਹੈ। ਡਿੱਗਦੇ ਹੀ ਪਏ ਨੇ। ਔਰ ਬਹੁਤ ਸਾਰੇ ਅਜਿਹੇ ਵੀ ਨੇ ਜਿਨ੍ਹਾਂ ਨੂੰ ਇਸ ਖੂਹ ਦੇ ਵਿੱਚੋਂ ਡਿੱਗਣ ਤੋਂ ਬਚਾ ਲਿਆ ਹੈ। ਤੇ ਇਹ ਬਚਾਉਣ ਵਾਲਾ ਕੌਣ ਹੈ? ਸੱਚ ਜਾਣਨਾ, ਇਹ ਬਚਾਉਣ ਵਾਲਾ ਮੇਰਾ ਸਤਿਗੁਰੂ ਹੈ। ਕਿਸੇ ਨੂੰ ਮੋਹ ਦੇ ਖੂਹ ਵਿੱਚੋਂ ਡਿੱਗਣ ਤੋਂ ਮੇਰਾ ਸਤਿਗੁਰੂ ਬਚਾ ਲੈਂਦਾ ਹੈ। ਕਿਸੇ ਨੂੰ ਅਗਿਆਨਤਾ ਦੇ ਖੂਹ ਵਿੱਚੋਂ ਡਿੱਗਣ ਤੋਂ ਮੇਰਾ ਸਤਿਗੁਰੂ ਬਚਾ ਲੈਂਦਾ ਹੈ। ਔਰ ਮੈਂ ਝੂਠ ਨਹੀਂ ਆਖ ਰਿਹਾ, ਇਹ ਸੱਚ ਹੈ। ਗ੍ਰਹਿੰਦ ਕੂਪ ਤੇ ਕੱਢ ਲੀਨੇ ਆਪਣੇ, ਆਪਣਾ ਨਾਮ ਜਪਾਇਆ। ਉਸ ਖੂਹ ਵਿੱਚੋਂ ਕੱਢ ਲੈਂਦਾ ਹੈ ਜਿਸ ਖੂਹ ਵਿੱਚ ਅਸੀਂ ਡਿੱਗੇ ਹੋਏ ਹਾਂ। ਉਸ ਮਾਇਆਵੀ ਖੂਹ ਵਿੱਚੋਂ ਕੱਢ ਲੈਂਦਾ ਹੈ ਜਿਹਦੀ ਭਗਤ ਰਵਿਦਾਸ ਜੀ ਗੱਲ ਕਰਦੇ ਨੇ ਕਿ ਕੂਪ ਭਰਿਓ ਜੈਸੇ ਦਾਦਰਾ, ਕਛ ਦੇਸ ਵਿਦੇਸ ਨ ਬੂਝ, ਤੈਸੇ ਵਿਖਿਆ ਮੇਰਾ ਮਨ ਬਿਮੋਹਿਆ, ਕਿਛ ਆਰਾ ਪਾਰ ਨ ਸੂਝ। ਇਹਨੂੰ ਡਿੱਗਣਾ ਹੀ ਕਹਿੰਦੇ ਨੇ। ਜਦੋਂ ਕੋਈ ਆਲੇ ਦੁਆਲੇ ਦੀ ਸੂਝ ਨਾ ਹੋਵੇ, ਸਮਝ ਨਾ ਹੋਵੇ, ਮਨੁੱਖ ਖੂਹ ਵਿੱਚ ਡਿੱਗੀ ਜਾ ਰਿਹਾ ਹੈ। ਲਾਲਚ ਵਸ, ਲੋਭ ਵਸ ਮਨੁੱਖ ਆਪਣੇ ਭਰਾਵਾਂ ਨੂੰ ਭੁੱਲ ਗਿਆ, ਮਾਂ ਨੂੰ ਭੁੱਲ ਗਿਆ, ਪਿਤਾ ਨੂੰ ਭੁੱਲ ਗਿਆ। ਅਜਿਹੇ ਖੂਹ ਵਿੱਚ ਡਿੱਗਦਾ ਹੈ। ਤੇ ਇਸ ਖੂਹ ਤੋਂ ਬਚਣਾ ਬੜਾ ਔਖਾ ਹੈ ਜਿੰਨਾ ਚਿਰ ਅਸੀਂ ਗੁਰੂ ਦੇ ਬਚਨ ਨਹੀਂ ਮੰਨ ਲੈਂਦੇ, ਗੁਰੂ ਦੀ ਗੱਲ ਨੂੰ ਨਹੀਂ ਮੰਨ ਲੈਂਦੇ। ਔਰ ਸਤਿਗੁਰੂ ਕਹਿੰਦੇ ਨੇ ਸਾਡੀ ਜ਼ਿੰਦਗੀ ਸੁਖਾਵੀਂ ਹੋ ਸਕਦੀ ਹੈ, ਬਾਰ-ਬਾਰ ਠੇਡੇ ਨਹੀਂ ਲੱਗਦੇ। ਪਿਆਰਿਓ, ਉਹ ਜ਼ਿੰਦਗੀ ਬੜੀ ਦੁਖਦਾਈ ਹੁੰਦੀ ਹੈ, ਬੜੀ ਦਰਦਨਾਕ ਹੁੰਦੀ ਹੈ, ਬੜੀ ਭਿਆਨਕ ਹੁੰਦੀ ਹੈ ਜਿਸ ਜ਼ਿੰਦਗੀ ਵਿੱਚ ਠੇਡੇ ਹੀ ਠੇਡੇ ਹੋਣ। ਮਨੁੱਖ ਕਮਜ਼ੋਰ ਹੋਵੇ ਨਾ, ਮਨੁੱਖ ਦੁਰਲਭ ਹੋਵੇ, ਮਨੁੱਖ ਸਰੀਰ ਤੋਂ ਬਿਰਧ ਅਵਸਥਾ ਵਿੱਚ ਹੋਵੇ, ਮਨੁੱਖ ਅਨਾਥ ਹੋ ਗਿਆ ਹੋਵੇ, ਤੇ ਆਂਢੀ ਗੁਆਂਢੀ ਆਲੇ ਦੁਆਲੇ ਵਾਲੇ ਇੱਕ ਸ਼ਬਦ ਵਰਤਦੇ ਨੇ, ਉਹ ਕਹਿੰਦੇ ਨੇ ਇਹਦੀ ਜ਼ਿੰਦਗੀ ਵਿੱਚ ਠੇਡੇ ਹੀ ਨੇ, ਇਸ ਦੀ ਜ਼ਿੰਦਗੀ ਵਿੱਚ ਠੋਕਰਾਂ ਹੀ ਨੇ, ਹੋਰ ਕੁਝ ਨਹੀਂ ਹੈ, ਕੁਝ ਨਹੀਂ ਹੈ। ਇਹਦੀ ਜ਼ਿੰਦਗੀ ਵਿੱਚ ਪਤਾ ਨਹੀਂ ਕਿੰਨੇ ਠੇਡੇ ਨੇ। ਮਾਲਕ ਇਹਨੂੰ ਠੋਕਰਾਂ ਤੋਂ ਬਚਾ ਕੇ ਰੱਖੇ। ਤੇ ਮੈਂ ਬੇਨਤੀ ਕਰਦਾ ਪਿਆਰਿਓ, ਜੇ ਜ਼ਿੰਦਗੀ ਦੀਆਂ ਠੋਕਰਾਂ ਤੋਂ ਬਚਣਾ ਹੈ, ਜ਼ਿੰਦਗੀ ਦੇ ਠੇਡਿਆਂ ਤੋਂ ਬਚਣਾ ਹੈ, ਤਾਂ ਫਿਰ ਸਾਨੂੰ ਗੁਰੂ ਨੇ ਇੱਕ ਰਸਤਾ ਦੱਸ ਦਿੱਤਾ ਹੈ। ਗੁਰੂ ਨੇ ਜ਼ਿੰਦਗੀ ਦੀਆਂ ਠੋਕਰਾਂ ਤੋਂ ਬਚਣ ਦਾ ਇੱਕ ਮਾਰਗ ਦੱਸ ਦਿੱਤਾ ਹੈ, ਤੇ ਉਹ ਮਾਰਗ ਹੈ ਸਤਿਗੁਰੂ ਦੇ ਗਿਆਨ ਉੱਤੇ ਤੁਰਨਾ, ਸਤਿਗੁਰੂ ਦੇ ਬਚਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਫੋਲੋ ਕਰਨਾ, ਸਤਿਗੁਰ ਦੇ ਬਚਨਾਂ ਨੂੰ ਕਮਾਣਾ। ਜਿਨ੍ਹਾਂ ਨੇ ਗੁਰਦੇਵ ਦੇ ਬਚਨਾਂ ਨੂੰ ਕਮਾ ਲਿਆ, ਉਹਨਾਂ ਨੂੰ ਠੇਡੇ ਨਹੀਂ ਵੱਜਦੇ ਨੇ। ਉਹ ਅਗਿਆਨਤਾ ਦੇ ਠੇਡੇ ਨਹੀਂ ਖਾਉਂਦੇ ਨੇ, ਉਹ ਭਰਮ ਭੁਲੇਖਿਆਂ ਵਿੱਚ ਟੋਇਆਂ ਵਿੱਚ ਪੈਰ ਨਹੀਂ ਰੱਖਦੇ ਨੇ, ਬਚ ਜਾਂਦੇ ਨੇ। ਪਰ ਉਹਨਾਂ ਨੂੰ ਗੁਰੂ ਕੋਲ ਜਾਣਾ ਪਏਗਾ, ਤੇ ਗੁਰੂ ਕੋਲੋਂ ਗਿਆਨ ਦਾ ਆਪਣੇ ਨੇਤਰਾਂ ਵਿੱਚ ਉਹ ਸੁਰਮਾ ਪਵਾਉਣਾ ਪਏਗਾ, ਉਹ ਅੰਜਨ ਪਵਾਉਣਾ ਪਏਗਾ, ਜਿਸ ਅੰਜਨ ਦੇ ਪਿਆਂ ਅਗਿਆਨਤਾ ਦਾ ਜਿਹੜਾ ਹਨੇਰਾ ਹੈ ਉਹ ਖਤਮ ਹੋ ਜਾਏਗਾ। ਅਗਿਆਨਤਾ ਦਾ ਜਿਹੜਾ ਅੰਧਕਾਰ ਹੈ ਉਹ ਮਿਟ ਜਾਂਦਾ ਹੈ। ਇਸ ਗੱਲ ਨੂੰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਬੜੀ ਖੂਬਸੂਰਤੀ ਨਾਲ ਸਾਡੇ ਸਾਹਮਣੇ ਰੱਖਦੇ ਨੇ। ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਭਾਈ ਮੈਨੂੰ ਤੇ ਗਿਆਨ ਦਾ ਅੰਜਨ ਮੇਰੇ ਗੁਰੂ ਨੇ ਦੇ ਦਿੱਤਾ ਹੈ, ਤੁਸੀਂ ਵੀ ਗੁਰੂ ਦੇ ਦਰ ਤੇ ਜਾਓ ਤੇ ਗਿਆਨ ਦਾ ਅੰਜਨ ਆਪਣੇ ਨੇਤਰਾਂ ਵਿੱਚ ਪਵਾ ਲਓ, ਤੇ ਅਗਿਆਨਤਾ ਦਾ ਹਨੇਰਾ ਜਿਹੜਾ ਉਹ ਦੂਰ ਕਰ ਲਓ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼।
ਗੁਰਦੇਵ ਕਹਿੰਦੇ ਨੇ ਜਦੋਂ ਗੁਰੂ ਨੇ ਤੁਹਾਨੂੰ ਗਿਆਨ ਦਾ ਅੰਜਨ ਦੇ ਦਿੱਤਾ ਨਾ, ਤਾਂ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ। ਤੇ ਸੱਚ ਇਹ ਹੈ, ਜੋ ਗੁਰੂ ਦਾ ਗਿਆਨ ਹੈ ਉਹ ਕੀ ਹੈ? ਚਾਨਣ ਹੈ। ਗੁਰੂ ਦਾ ਗਿਆਨ ਕੀ ਹੈ? ਪ੍ਰਕਾਸ਼ ਹੈ। ਗੁਰੂ ਦਾ ਗਿਆਨ ਕੀ ਹੈ? ਉਹ ਦੀਪਕ ਹੈ। ਤੇ ਸਤਿਗੁਰੂ ਰੱਬੀ ਬਾਣੀ ਦੇ ਵਿੱਚ ਜ਼ਿਕਰ ਹੀ ਇਹ ਕਰਦੇ ਨੇ, ਗੁਰਦੇਵ ਪਾਤਸ਼ਾਹ ਕਹਿੰਦੇ ਨੇ ਸਾਡਾ ਗੁਰੂ ਹੀ ਦੀਪਕ ਹੈ। ਗੁਰ ਦਾਤਾ ਗੁਰ ਹਿਵੈ ਘਰ, ਗੁਰ ਦੀਪਕ ਤਿਹ ਲੋਏ। ਜਿਹੜਾ ਗੁਰੂ ਰੂਪੀ ਦੀਪਕ ਚਾਨਣ ਕਰਦਾ ਹੈ ਨਾ, ਉਹ ਕੇਵਲ ਮੇਰੇ ਅੰਦਰ ਹੀ ਨਹੀਂ ਕਰਦਾ, ਤੁਹਾਡੇ ਅੰਦਰ ਹੀ ਨਹੀਂ ਕਰਦਾ, ਕੇਵਲ ਮਾਤ ਲੋਕ ਵਿੱਚ ਹੀ ਨਹੀਂ ਕਰਦਾ। ਸੱਚ ਇਹ ਹੈ ਕਿ ਗੁਰੂ ਰੂਪੀ ਦੀਪਕ ਐਡਾ ਵੱਡਾ ਹੈ, ਉਹਦਾ ਪ੍ਰਕਾਸ਼ ਇੰਨਾ ਵੱਡਾ ਹੈ, ਇੰਨਾ ਮਹਾਨ ਹੈ ਕਿ ਉਹ ਤਿੰਨਾਂ ਲੋਕਾਂ ਦੇ ਵਿੱਚ ਪ੍ਰਕਾਸ਼ ਕਰ ਦਿੰਦਾ ਹੈ, ਚਾਨਣ ਕਰ ਦਿੰਦਾ ਹੈ। ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਭਾਈ ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨ ਸਿਓ ਅੰਧਕਾਰ ਤੇ ਮੰਦਰ। ਰਤਨ ਕੋਠਰੀ ਖੁਲੀ ਅਨੂਪਾ। ਗੁਰੂ ਸਵਾਰਿਓ, ਗੁਰੂ ਦਾ ਸ਼ਬਦ ਉਹ ਦੀਪਕ ਹੈ, ਉਹ ਚਾਨਣ ਹੈ, ਜੋ ਸਾਨੂੰ ਅਗਿਆਨਤਾ ਦੇ ਹਨੇਰੇ ਚੋਂ ਪ੍ਰਕਾਸ਼ ਵਿੱਚ ਲੈ ਕੇ ਆਉਂਦਾ ਹੈ। ਗੁਰੂ ਦਾ ਅਰਥ ਹੀ ਜਿਹੜਾ ਹੈ, ਉਹ ਜੇ ਤੁਸੀਂ ਵਿਦਵਾਨ ਪੁਰਸ਼ਾਂ ਪਾਸੋਂ ਪੁੱਛੋਗੇ ਤਾਂ ਵਿਦਵਾਨ ਪੁਰਸ਼ ਹਮੇਸ਼ਾ ਇੱਕ ਗੱਲ ਕਹਿੰਦੇ ਨੇ ਕਿ ਸੰਸਕ੍ਰਿਤ ਦੇ ਗਿਰੀ ਧਾਤੂ ਤੋਂ ਗੁਰੂ ਬਣਿਆ ਹੈ। ਔਰ ਇਸ ਦਾ ਪਿਛੋਕੜ ਤੁਸੀਂ ਦੇਖੋਗੇ ਤਾਂ ਦੋ ਸ਼ਬਦਾਂ ਦਾ ਜੋੜ ਹੈ, ਗੂ ਪਲਸ ਰੂ। ਗੂ ਦਾ ਅਰਥ ਹੈ ਹਨੇਰਾ ਤੇ ਰੂ ਦਾ ਅਰਥ ਹੁੰਦਾ ਹੈ ਪ੍ਰਕਾਸ਼, ਚਾਨਣ। ਗੁਰੂ ਉਹ ਹੈ ਜੋ ਅਗਿਆਨਤਾ ਦੇ ਹਨੇਰੇ ਤੋਂ ਚੁੱਕ ਕੇ ਸਾਨੂੰ ਗਿਆਨ ਦੇ ਪ੍ਰਕਾਸ਼ ਵਿੱਚ ਲੈ ਕੇ ਆਉਂਦੇ ਨੇ, ਗਿਆਨ ਦੇ ਪ੍ਰਕਾਸ਼ ਵਿੱਚ ਲੈ ਕੇ ਆਉਂਦੇ ਨੇ। ਅਗਿਆਨਤਾ ਦਾ ਹਨੇਰਾ ਜਿਹੜਾ ਹੈ ਉਹ ਕੱਟ ਦਿੰਦੇ ਨੇ, ਖਤਮ ਕਰ ਦਿੰਦੇ ਨੇ। ਔਰ ਵੱਡੀ ਕਿਸਮਤ, ਵੱਡੇ ਭਾਗ ਸਾਧ ਸੰਗਤ ਜੀ ਸਾਡੇ ਕਿ ਸਾਨੂੰ ਐਸਾ ਗੁਰੂ ਮਿਲਿਆ ਹੈ ਜਿਹੜਾ ਕਿ ਪਾਤਸ਼ਾਹ ਜੀ ਕਹਿੰਦੇ ਨੇ ਕਿ ਯਾਦ ਰੱਖੋ, ਗੁਰੂ ਦਾ ਸ਼ਬਦ ਜਿੱਥੇ ਦੀਪਕ ਹੈ ਉੱਥੇ ਇਸ ਸ਼ਬਦ ਦੀ ਜੋ ਬਨਾਵਟ ਹੈ, ਇਸ ਸ਼ਬਦ ਦਾ ਜੋ ਰਾਗਾਂ ਵਿੱਚ ਦਰਜ ਕਰਨ ਦੀ ਤਰਤੀਬ ਹੈ, ਉਹ ਵੀ ਇਸੇ ਢੰਗ ਨਾਲ ਕੀਤੀ ਹੈ। ਆਲਮ ਫਾਜ਼ਲ ਕਹਿੰਦੇ ਨੇ ਕਿ ਯਾਦ ਰੱਖੋ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਰਾਗ ਉਹ ਸ੍ਰੀ ਰਾਗ ਹੈ ਤੇ ਅਖੀਰਲਾ ਰਾਗ ਜੋ ਗਿਣਿਆ ਗਿਆ ਉਹ ਪ੍ਰਭਾਤੀ ਰਾਗ ਗਿਣਿਆ ਗਿਆ। ਕਹਿੰਦੇ ਨੇ ਕਿ ਸ੍ਰੀ ਰਾਗ ਜਿਹੜਾ ਹੈ ਉਹ ਰਾਤ ਦਾ ਰਾਗ ਹੈ, ਹਨੇਰੇ ਦਾ ਰਾਗ ਹੈ। ਤੇ ਪ੍ਰਭਾਤੀ ਰਾਗ, ਪ੍ਰਭਾਤ ਦਾ ਅਰਥ ਹੁੰਦਾ ਸਵੇਰਾ, ਅੰਮ੍ਰਿਤ ਵੇਲਾ। ਭਾਵ ਜਿਹੜਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹੇ, ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਆਵੇ, ਉਹ ਸ੍ਰੀ ਰਾਗ ਤੋਂ ਪੜ੍ਹਦਿਆਂ ਉਹਦੀ ਜ਼ਿੰਦਗੀ ਵਿੱਚ ਪ੍ਰਭਾਤ ਹੋ ਜਾਏ, ਪ੍ਰਭਾਤ ਵਿੱਚ ਪੁੱਜ ਜਾਏ। ਉਹ ਕਹਿੰਦਾ ਤਾਂ ਇਹ ਆਉਂਦਾ ਹੈ ਕਿ ਹਮ ਅੰਧਲੇ ਅੰਧ ਬਿਖੇ ਬਿਖ ਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਹਮ ਦਾਤਾ, ਹਮ ਲਾਵੇਂ ਆਪਨ ਪਾਲੀ। ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੇ ਆਪਨ ਪਾਲੀ। ਬਸ ਜਦੋਂ ਇਹ ਅਰਦਾਸ ਕਰਦਾ ਹੈ, ਹੇ ਸਤਿਗੁਰੂ ਜੀ ਤੁਸੀਂ ਦਇਆ ਕਰ ਦਿਓ, ਰਹਿਮਤ ਕਰ ਦਿਓ ਮੇਰੇ ਉੱਤੇ, ਬਖਸ਼ਿਸ਼ ਕਰ ਦਿਓ, ਸਾਨੂੰ ਆਪਣੇ ਲੜ ਲਾ ਲਓ, ਆਪਣੇ ਪੱਲੇ ਲਾ ਲਓ। ਤੇ ਜਿਸ ਦਿਨ ਗੁਰੂ ਦੇ ਲੜ ਲੱਗ ਗਏ, ਗੁਰੂ ਦੇ ਪੱਲੇ ਲੱਗ ਗਏ, ਇਹ ਹਨੇਰਾ ਕੱਟਿਆ ਜਾਣਾ ਹੈ। ਤੇ ਮੈਂ ਇੱਥੇ ਰੋਕ ਕੇ ਬੇਨਤੀ ਕਰਦੇ ਹਾਂ
गुरु दे लड़ लगना की है, गुरु दे पल्ले लगना की है। गुरु दे लड़ लगना पल्ले लगना ये नहीं है कि असी केवल गुरु घर आ गए हाँ, मत्था टेके अपने घर नूं परत गए हाँ। नहीं, गुरु दे लड़ लगना, गुरु दे पल्ले लगना, गुरु दे बचनां नूं जीवन विच कमाउणा है। इत्थे गुरु नानक दे घर पता कित्थों शुरुआत हुंदी है? गुरु नानक दे घर दी आरंभता ही इत्थों हुंदी है। सिੱਖੀ, सिੱਖਿਆ, गुर विचार। मेरे मालक कहंदे ने, जिस दिन तू गुरु दी सिੱਖਿਆ नूं अपने जीवन विच वसा लिया ना, गुरु दे ज्ञान नूं अपने जीवन विच वसा लिया, गुरु दी सिੱਖਿਆ नूं मन लिया अपने जीवन विच, फिर तू सिख है ते वेखी ऐसियां रहमतां होणगियां, अजिहियां बख्शिशां होणगियां कि नदरी कर्म लंघाए पार। सेवक ओ प्रवान हुंदा है जेड़ा मालक दे हुक्म विच तुरे। चाकर लगे चाकरी, जे चलै खसमे पाए। गुरु अमरदास पिता जी नूं पुछ के वेखो, गुरु अमरदास पिता जी इस वाक नूं होर स्पष्ट रूप विच कह दिंदे ने, मतां किसे नूं कोई भुलेखा होवे कि मैं जेड़ा ओ केवल गुरु दर ते जाण नाल ही सिख बन जाना। गुरु अमरदास महाराज कहते ने, मेरा पुत भी नहीं बनता, मेरा भराता भी नहीं बनता, मेरा पुत भराता बंदप सिख अखवाउण दा उसे नूं अधिकार है जिहड़ा गुरु बचनां नूं कमाउंदा है, जिहड़ा गुरु दी रज़ा विच तुरदा है, गुरु दे हुक्म विच तुरदा है। सो सिख सखा बंदप है भाई, जे गुर कै भाणे विच आवे, अपने भाणे जो चले भाई, विछड़ चोटां खावे। बिल्कुल स्पष्ट विचारधारा है इत्थे। मेरे सतगुरु पातशाह जी दी बिल्कुल साफ विचारधारा है, जेड़ा गुरु दे दर्शाए हुए ज्ञान मुताबक तुरेगा वो मेरा सिख है। ते प्यारिओ, जे कोई सवाल करे, गुरु दे बचनां उत्ते तुरिया, गुरु दी सिੱਖੀ ਸਿੱਖਿਆ नूं जीवन विच फॉलो करिया, की कुछ प्राप्त होएगा? गुरुदेव सतगुरु पातशाह जी बिल्कुल होर स्पष्ट कर दिंदे ने। गुरुदेव कहंदे ने, याद रखो, जेड़ा गुरु दे दर्शाए हुए मार्ग उत्ते तुरेगा ओनू तत्तियां वावां नहीं लगणगियां। इत मार्ग चलै भाई अड़े, गुर कहे सुकार कमाए जियो। ऐ सिखा तू करके तां वेख, इस मार्ग दे उत्ते तुर के तां वेख, इस गुरमुख गाडी राह ते तुर के तां वेख, इस दा पांधी बन के तां वेख। इत मार्ग चले भाई अड़े, गुर कहे सुकार कमाए जियो। त्यागे मन की मतड़ी, विसारे दूजा भाओ जियो। इयों भावे हर दरसावड़ा, न लगे तती वाओ जियो। तुर के वेखो। ते गुरुदेव कहंदे ने, अज दे इस वाक विच, अज दे इस शब्द विच बस इसे गल नूं सतगुरु जी ने बार बार स्पष्ट कीता है। ऐ मनुख, ऐ जग्यासू, जे तू गुरु दे बचन नूं जीवन विच कमा लिया, गुरु दे उपदेश नूं कमा लिया, गुरु दे हुक्म नूं जीवन विच कमा लिया, ते तेरी जिंदगी संवर जाएगी। वेख तेरी जिंदगी विच किन्नियां वड्डियां तब्दीलियां आ जाणगियां। ते सतगुरु महाराज बख्शिश करके कहंदे ने, गुरुदेव गुर कै बचन ध्यायो मोहे नाओ, गुर प्रसाद मोहे मिलिया थाओ। पंचम पिता धन गुरु अर्जन साहिब महाराज गौड़ी राग दे इस शब्द दे राहो वाले बंद विच गुरुदेव अपनी गल करते ने। किसे ते तैनूं भरोसा ना होवे, मैं अपनी निजी जिंदगी विचों ते निजी तजर्बे विचों तैनूं ये गल्लां सांझियां कर रहे हैं। किसी दी एग्जाम्पल नहीं दे रहा, किसी दी उदाहरण नहीं दे रहा। धन गुरु अर्जन साहिब कहते ने, मेरी निजी जिंदगी नाल जुड़े हुए ये तत्त ने।
ਤੂੰ ਕਿੰਤੂ ਤਾਂ ਕਰੇ। ਜੇ ਮੈਂ ਕਿਸੇ ਹੋਰ ਦੀ ਐਗਜ਼ਾਮਪਲ ਦੇਵਾਂ, ਗੁਰਦੇਵ ਕਹਿੰਦੇ ਨੇ ਮੈਂ ਗੁਰੂ ਦੇ ਬਚਨਾਂ ਤੇ ਸਦਕਾ ਜਦੋਂ ਪਰਮੇਸ਼ਰ ਦੇ ਨਾਮ ਨੂੰ ਧਿਆਇਆ ਨਾ, ਪਰਮੇਸ਼ਰ ਦੀ ਬੰਦਗੀ ਕੀਤੀ, ਕਹਿਣ ਲੱਗੇ ਯਾਦ ਰੱਖੋ ਗੁਰੂ ਦੇ ਪ੍ਰਸਾਦ ਦਾ ਸਦਕਾ, ਗੁਰੂ ਦੀ ਰਹਿਮਤ ਦਾ ਸਦਕਾ ਮੈਨੂੰ ਭਟਕਦੇ ਨੂੰ ਫਿਰ ਟਿਕਾਣਾ ਮਿਲ ਗਿਆ, ਥਾਂ ਮਿਲ ਗਈ। ਇਹਦਾ ਮਤਲਬ ਗੱਲ ਬਿਲਕੁਲ ਸਪਸ਼ਟ ਹੈ, ਨਿਥਾਵਿਆਂ ਨੂੰ ਥਾਂ ਮਿਲ ਜਾਂਦੀ ਹੈ ਜੇ ਗੁਰੂ ਦੇ ਬਚਨਾਂ ਤੇ ਤੁਰ ਪਈਏ ਤਾਂ। ਪਹਿਲਾ ਬਚਨ ਗੁਰਦੇਵ ਆਖਦੇ ਨੇ, ਗੁਰ ਕੈ ਬਚਨ ਮੋਹਿ ਪਰਮ ਗਤ ਪਾਈ, ਗੁਰ ਪੂਰੈ ਮੇਰੀ ਪੈਜ ਰਖਾਈ। ਇਹ ਭਾਈ, ਹੇ ਜਗਿਆਸੂ, ਮੈਂ ਤੈਨੂੰ ਕਹਿੰਦਾ ਤੂੰ ਗੁਰੂ ਦੇ ਬਚਨ ਨੂੰ ਜੀਵਨ ਵਿੱਚ ਕਮਾ। ਸਤਿਗੁਰੂ ਕੀ ਮਿਲੇਗਾ ਕਮਾ ਕੇ? ਗੁਰਦੇਵ ਕਹਿੰਦੇ ਨੇ ਮੇਰਾ ਨਿੱਜੀ ਤਜਰਬਾ ਹੈ, ਪਰਮ ਗਤੀ ਪ੍ਰਾਪਤ ਹੋਏਗੀ, ਉੱਚੀ ਅਵਸਥਾ ਪ੍ਰਾਪਤ ਹੋਏਗੀ, ਉਹ ਦਰਜਾ ਪਰਮ ਆਨੰਦ ਦਾ ਪ੍ਰਾਪਤ ਹੋਵੇਗਾ ਜਿਹੜਾ ਅੱਜ ਤੱਕ ਕਿਸੇ ਨੂੰ ਪ੍ਰਾਪਤ ਨਹੀਂ ਹੋਇਆ। ਗੁਰ ਕੈ ਬਚਨ ਮੋਹਿ ਪਰਮਗਤ ਪਾਈ, ਤੇਰੇ ਸਾਹਮਣੇ ਮੈਂ ਪ੍ਰਮਾਣ ਆ। ਪਿਆਰਿਓ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਤੋਂ ਉੱਚਾ ਦਰਜਾ ਤੁਹਾਨੂੰ ਕਿਸ ਦਾ ਨਜ਼ਰ ਆਉਂਦਾ ਇਸ ਸੰਸਾਰ ਵਿੱਚ? ਕਿਸੇ ਦਾ ਨਹੀਂ। ਗੁਰੂ ਨਾਨਕ, ਉਸ ਗੁਰੂ ਅਰਜਨ ਸਾਹਿਬ ਮਹਾਰਾਜ ਉਸ ਗੁਰੂ ਨਾਨਕ ਦੀ ਜੋਤ ਨੇ, ਜਿਹਨੂੰ ਉਹ ਆਪ ਹੀ ਕਹਿੰਦੇ ਨੇ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਗੁਰਦੇਵ ਕਹਿੰਦੇ ਨੇ ਭਾਈ, ਇੱਥੇ ਪਰਮ ਪਦਵੀ ਪ੍ਰਾਪਤ ਹੋ ਜਾਂਦੀ ਹੈ, ਉੱਚੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਗੁਰੂ ਦੇ ਬਚਨ ਤੇ ਤੁਰਨਾ ਤੇ ਸਿੱਖੋ, ਜਿਸ ਨੀਚ ਕੋ ਕੋਏ ਨਾ ਜਾਣੇ, ਨਾਮ ਜਪਤ ਚੋਹ ਕੁੰਟ ਮਨ। ਜਿਹਨੂੰ ਕੋਈ ਨਹੀਂ ਜਾਣਦਾ ਨਾ, ਉਹਨੂੰ ਚੌਹਾਂ ਕੁੰਟਾਂ ਵਿੱਚ ਲੋਕ ਜਾਣਨ ਲੱਗ ਪੈਂਦੇ ਨੇ, ਉਹਦੀ ਪ੍ਰਸਿੱਧੀ ਹੋ ਜਾਂਦੀ ਹੈ। ਪਰ ਤਾਂ ਜਦੋਂ ਉਹਨਾਂ ਨੇ ਗੁਰੂ ਦੇ ਬਚਨ ਨੂੰ ਆਪਣੇ ਜੀਵਨ ਵਿੱਚ ਕਮਾਉਣਾ ਸਿੱਖ ਲਿਆ। ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਗੁਰੂ ਨੇ ਮੇਰੀ ਪੈਜ ਰੱਖ ਲਈ, ਗੁਰੂ ਨੇ ਮੇਰੀ ਇੱਜ਼ਤ ਰੱਖ ਲਈ। ਪਿਆਰਿਓ, ਗੁਰੂ ਤੁਹਾਡੀ ਪੈਜ ਰੱਖੇਗਾ, ਗੁਰੂ ਸਾਡੀ ਇੱਜ਼ਤ ਰੱਖੇਗਾ, ਪਰ ਕਦੋਂ ਰੱਖੇਗਾ? ਜਦੋਂ ਅਸੀਂ ਇਤ ਮਾਰਗ ਚੱਲੇ ਭਾਈ ਅੜੇ, ਗੁਰ ਕਹਿ ਸੁਕਾਰ ਕਮਾਏ ਜੀਓ। ਜੇ ਅਸੀਂ ਗੁਰੂ ਵੱਲੋਂ ਦਰਸਾਏ ਹੋਏ ਮਾਰਗ ਤੇ ਤੁਰਾਂਗੇ, ਸਾਡਾ ਪੁੱਤ ਸਾਡਾ ਆਖਾ ਮੰਨਦਾ, ਸਾਡੀ ਧੀ ਸਾਡਾ ਆਖਾ ਮੰਨਦੀ, ਸਾਡੀ ਨੂੰਹ ਰਾਣੀ ਸਾਡਾ ਆਖਾ ਮੰਨਦੀ, ਤੇ ਅਸੀਂ ਉਹਨਾਂ ਦੀ ਹਰ ਵੇਲੇ ਮਦਦ ਕਰਨ ਵਾਸਤੇ ਤਿਆਰ ਆ। ਤੇ ਜਿਹੜਾ ਸਾਡਾ ਆਖਾ ਹੀ ਨਹੀਂ ਮੰਨਦਾ, ਉਹ ਸਾਡਾ ਆਖਾ ਹੀ ਨਹੀਂ ਮੰਨਦਾ, ਸਾਡਾ ਹੁਕਮ ਨਹੀਂ ਮੰਨਦਾ, ਅਸੀਂ ਉਹਦੇ ਨਾਲ ਖਲੋਵਾਂਗੇ? ਬਹੁਤ ਮੁਸ਼ਕਿਲ ਹੈ। ਪਿਆਰਿਓ, ਗੁਰੂ ਦਾ ਆਖਾ ਤਾਂ ਮੰਨੀਏ, ਗੁਰੂ ਦਾ ਕਿਹਾ ਹੋਇਆ ਤਾਂ ਮੰਨੀਏ, ਗੁਰੂ ਦੇ ਬਚਨਾਂ ਨੂੰ ਜੀਵਨ ਵਿੱਚ ਕਮਾਈਏ। ਗੁਰੂ ਕਹਿੰਦਾ ਸੱਚ ਬੋਲੋ ਤੇ ਬੋਲੀਏ, ਕਿਉਂ ਝੂਠ ਬੋਲ ਰਹੇ ਹਾਂ? ਗੁਰੂ ਕਹਿੰਦਾ ਜੀਵਨ ਵਿੱਚ ਪਰਉਪਕਾਰ ਕਰ ਤੇ ਕਰੀਏ। ਗੁਰੂ ਕਹਿੰਦਾ ਦਇਆ ਜੀਵਨ ਵਿੱਚ ਕਮਾਓ ਤੇ ਕਮਾਈਏ। ਗੁਰੂ ਕਹਿੰਦੇ ਸੰਤੋਖੀ ਜੀਵਨ ਰੱਖੋ, ਸਬਰ ਵਾਲਾ ਜੀਵਨ ਰੱਖੋ, ਹਲੀਮੀ ਵਾਲਾ ਜੀਵਨ ਰੱਖੋ ਤੇ ਰੱਖੀਏ। ਕਿਉਂ ਅਸੀਂ ਲੋਭ ਲਾਲਚ ਦੇ ਮਗਰ ਦੌੜੀ ਜਾ ਰਹੇ ਹਾਂ, ਆਪਣੀ ਜ਼ਿੰਦਗੀ ਨੂੰ ਤਬਾਹ ਕਰੀ ਜਾ ਰਹੇ ਹਾਂ। ਗੁਰਦੇਵ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਗੁਰ ਕੈ ਬਚਨ ਸੁਣ ਰਸਨ ਵਖਾਣੀ, ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ। ਗੁਰੂ ਦੇ ਉਪਦੇਸ਼ ਰਾਹੀਂ, ਗੁਰੂ ਦੇ ਬਚਨ ਰਾਹੀਂ ਪਰਮਾਤਮਾ ਦੀ ਸਿਫਤ ਸਲਾਹ ਸੁਣ ਕੇ ਮੈਂ ਆਪਣੀ ਜੀਭ ਨਾਲ ਪ੍ਰਭੂ ਦੀ ਸਿਫਤ ਕਰਨੀ ਸ਼ੁਰੂ ਕਰ ਦਿੱਤੀ, ਪ੍ਰਭੂ ਦੀ ਮਹਿਮਾ ਗਾਉਣੀ ਸ਼ੁਰੂ ਕਰ ਦਿੱਤੀ ਗੁਰੂ ਦੇ ਬਚਨ ਨੂੰ ਸੁਣ ਕੇ। ਕਿਉਂਕਿ ਗੁਰੂ ਦੇ ਬਚਨ ਨੇ ਮੈਨੂੰ ਦੱਸਿਆ, ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਇਹ ਰਸਨਾ ਜਿੰਨਾ ਚਿਰ ਹੋਰ ਰਸਾਂ ਕਸਾਂ ਵਿੱਚ ਰਹੀ ਨਾ, ਤੇਰੀ ਪਿਆਸ ਨਹੀਂ ਜਾਣੀ। ਇਸ ਕਰਕੇ ਆਪਣੀ ਰਸਨਾ ਨੂੰ ਮੈਂ ਇਹ ਸਮਝਾਉਣ ਵਿੱਚ ਕਾਮਯਾਬ ਹੋ ਗਿਆ
कि रसना जपती तू ही। रसना तेरा काम है प्रभु ਨੂੰ ਜਪਣਾ। ਤੇ ਉਸ ਦਿਨ ਤੋਂ ਬਾਅਦ ਮੇਰੀ ਇਹ ਰਸਨਾ ਪ੍ਰਭੂ ਦੀ ਸਿਫਤ ਸਲਾਹ ਵਿੱਚ ਲੱਗ ਗਈ ਹੈ, ਬੰਦਗੀ ਵਿੱਚ ਲੱਗ ਗਈ ਹੈ। ਕਹਿਣ ਲੱਗੇ ਗੁਰੂ ਦੀ ਕਿਰਪਾ ਨਾਲ ਆਤਮਿਕ ਜੀਵਨ ਦੇਣ ਵਾਲੀ ਸਿਫਤ ਸਲਾਹ ਦੀ ਬਾਣੀ ਮੇਰੀ ਰਾਸ ਪੂੰਜੀ ਬਣ ਗਈ ਹੈ। ਹੁਣ ਇਹ ਰਸਨਾ ਪ੍ਰਭੂ ਦੀ ਬਾਣੀ ਗਾਇਨ ਕਰਦੀ ਹੈ, ਪ੍ਰਭੂ ਦੀ ਅੰਮ੍ਰਿਤ ਬਾਣੀ ਨੂੰ ਪੜ੍ਹਦੀ ਹੈ, ਇਹ ਉਚਾਰਨ ਹੀ ਬਾਣੀ ਕਰਦੀ ਹੈ। ਤੇ ਇਹ ਆਵਾਜ਼ ਮਾਰ ਕੇ ਫਿਰ ਗੁਰੂ ਅਮਰਦਾਸ ਜੀ ਵਾਂਗ ਇਹ ਉਹ ਬੋਲ ਪੜ੍ਹਦੀ ਹੈ ਤੇ ਬਾਕੀਆਂ ਨੂੰ ਵੀ ਕਹਿੰਦੀ ਹੈ, ਆਵੋ ਸਿੱਖ ਸਤ ਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ। ਮੇਰੇ ਮਾਲਕ ਬਖਸ਼ਿਸ਼ ਕਰਦੇ ਨੇ, ਗੁਰ ਕੈ ਬਚਨ ਮਿਟਿਆ ਮੇਰਾ ਆਪ, ਗੁਰ ਕੀ ਦਇਆ ਤੇ ਮੇਰਾ ਵੱਡ ਪ੍ਰਤਾਪ। ਜਿਸ ਦਿਨ ਗੁਰੂ ਦੇ ਬਚਨਾਂ ਤੇ ਤੁਰਨਾ ਸਿੱਖ ਲਿਆ ਨਾ, ਉਸ ਦਿਨ ਆਪਣਾ ਆਪਾ ਮਿਟ ਜਾਏਗਾ, ਮੈਂ ਮੇਰੀ ਖਤਮ ਹੋ ਜਾਏਗੀ। ਗੁਰੂ ਦੇ ਬਚਨ ਸਭ ਤੋਂ ਪਹਿਲਾਂ ਸਿਖਾਉਂਦੇ ਹੀ ਇਹ ਨੇ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੁਕਾ ਤੋ ਆਓ ਹਮਾਰੇ ਪਾਸ। ਗੁਰੂ ਸਭ ਤੋਂ ਪਹਿਲਾਂ ਆਪਣਾ ਆਪਾ ਮਿਟਾਉਣ ਦੀ ਗੱਲ ਕਰਦਾ ਹੈ, ਕਿਉਂਕਿ ਗੁਰੂ ਨੂੰ ਪਤਾ ਹੈ ਕਿ ਮਿਟਾਉਣ ਦੇ ਆਪਣੀ ਹਸਤੀ ਕੋ ਮਰਤਬਾ ਚਾਹੇ ਜਾਨ ਦਾਨਾ ਖਾਕ ਮੇਂ ਮਿਲ ਕੇ ਗੁਲੇ ਗੁਲਜ਼ਾਰ ਹੋਤਾ ਹੈ। ਤੇ ਜਿਹੜਾ ਦਾਨਾ ਆਪਣੇ ਆਪ ਨੂੰ ਮਿਟਾਏ ਨਾ, ਖਾਕ ਵਿੱਚ ਮਿਲਾਵੇ ਨਾ, ਮਿੱਟੀ ਵਿੱਚ ਮਿਲੇ ਨਾ, ਕੀ ਉਹ ਗੁਲਜ਼ਾਰ ਬਣ ਸਕਦਾ ਹੈ? ਨਹੀਂ ਬਣ ਸਕਦਾ। ਆਪਣੀ ਹਸਤੀ ਮਿਟਾਉਣੀ ਪਏਗੀ, ਆਪਣੀ ਹਸਤੀ ਨੂੰ ਗੁਰੂ ਦੇ ਸਾਹਮਣੇ ਤੁੱਛ ਕਰਨਾ ਪਏਗਾ। ਉਹੀ ਮਿਟਾ ਪਾਉਂਦੇ ਨੇ ਜਿਹੜੇ ਗੁਰੂ ਦੇ ਬਚਨਾਂ ਤੇ ਤੁਰਦੇ ਨੇ। ਤੇ ਜਿਸ ਉੱਤੇ ਗੁਰੂ ਦੀ ਦਇਆ ਹੋ ਗਈ, ਗੁਰੂ ਦੀ ਦਇਆ ਸਦਕਾ, ਗੁਰੂ ਦੀ ਰਹਿਮੋ ਕਰਮ ਸਦਕਾ ਉਹਨਾਂ ਦਾ ਫਿਰ ਵੱਡਾ ਪ੍ਰਤਾਪ ਹੁੰਦਾ ਹੈ। ਲੋਕ ਉਹਨਾਂ ਅੱਗੇ ਝੁਕਦੇ ਨੇ, ਲੋਕ ਉਹਨਾਂ ਅੱਗੇ ਨਮਸਕਾਰਾਂ ਕਰਦੇ ਨੇ, ਕਿਉਂਕਿ ਉਹਨਾਂ ਉੱਤੇ ਗੁਰੂ ਦੀ ਦਇਆ ਹੈ, ਗੁਰੂ ਦੀ ਬਖਸ਼ਿਸ਼ ਹੈ, ਗੁਰੂ ਦੀ ਰਹਿਮਤ ਹੈ। ਉਹਨਾਂ ਦਾ ਪ੍ਰਤਾਪ ਸਾਰੇ ਸੰਸਾਰ ਵਿੱਚ ਹੋ ਜਾਂਦਾ ਹੈ ਜਿਸ ਉੱਤੇ ਗੁਰੂ ਦੀ ਦਇਆ ਹੈ। ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਗੁਰ ਕੈ ਬਚਨ ਮਿਟਿਆ ਮੇਰਾ ਭਰਮ, ਗੁਰ ਕੈ ਬਚਨ ਪੇਖਿਓ ਸਭ ਬ੍ਰਹਮ। ਗੁਰੂ ਦੇ ਬਚਨਾਂ ਤੇ ਤੁਰਿਆ ਜਿਹੜਾ ਅਗਿਆਨਤਾ ਦਾ ਭਰਮ ਹੈ ਨਾ, ਉਹ ਵੀ ਮਿਟ ਜਾਂਦਾ ਹੈ। ਮਨੁੱਖ ਭਰਮ ਵਿੱਚ ਹੀ ਅੱਧੀ ਜ਼ਿੰਦਗੀ ਕੱਟ ਦਿੰਦਾ ਹੈ ਪਿਆਰਿਓ, ਔਰ ਭਰਮ ਦੇ ਕਾਰਨ ਹੀ ਠੇਡੇ ਲੱਗਦੇ ਨੇ। ਫਿਰ ਭਰਮ ਗਵਾਚ ਜਾਂਦਾ ਹੈ, ਫਿਰ ਭਰਮ ਮਿਟ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਯਾਦ ਰੱਖੋ ਇਹ ਭਰਮ ਦੇ ਕਾਰਨ ਹੀ ਪ੍ਰਮਾਤਮਾ ਇਹਨੂੰ ਨਜ਼ਰ ਨਹੀਂ ਸੀ ਆ ਰਿਹਾ। ਭਰਮ ਹੀ ਸੀ ਨਾ ਕਿ ਮੈਂ ਬੜੀ ਵੱਡੀ ਹਸਤੀ ਹਾਂ। ਜਦੋਂ ਭਰਮ ਮਿਟ ਗਿਆ ਤੇ ਹੁਣ ਹਰ ਪਾਸੇ ਪਾਰ ਬ੍ਰਹਮ ਨਜ਼ਰ ਆ ਰਿਹਾ ਹੈ। ਹੁਣ ਕਹਿ ਉੱਠਦਾ, ਜਹ ਜਾਂ ਪੇਖੋਂ ਤਾਂ ਹਜ਼ੂਰ, ਦੂਰ ਕਤੋਂ ਨਾ ਜਾਈ, ਰਵ ਰਿਹਾ ਸਰਬੱਤਰ ਮੈਂ ਮਨ ਸਦਾ ਧਿਆਈ। ਜ਼ਿੰਦਗੀ ਵਿੱਚੋਂ ਭਰਮ ਦਾ ਗਵਾਚਣਾ ਤੇ ਹਰ ਪਾਸੇ ਪਾਰ ਬ੍ਰਹਮ ਨਜ਼ਰ ਆਉਂਦਾ ਹੈ। ਫਿਰ ਗੁਰਦੇਵ ਪਾਤਸ਼ਾਹ ਆਖਦੇ ਨੇ, ਗੁਰ ਕੈ ਬਚਨ ਕੀਨੋ ਰਾਜ ਜੋਗ, ਗੁਰ ਕੈ ਸੰਗ ਤਰਿਆ ਸਭ ਲੋਗ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਭਾਈ ਗੁਰੂ ਦੇ ਉਪਦੇਸ਼ ਦੀ ਬਰਕਤ ਨਾਲ ਗ੍ਰਸਤ ਵਿੱਚ ਰਹਿ ਕੇ ਹੀ ਮੈਂ ਪ੍ਰਭੂ ਚਰਨਾਂ ਦਾ ਮਿਲਾਪ ਮਾਣਿਆ, ਰਾਜ ਅਤੇ ਜੋਗ ਨੂੰ ਪ੍ਰਾਪਤ ਕੀਤਾ ਹੈ। ਹੇ ਭਾਈ ਜਨੋ, ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਓ ਕਿ ਗੁਰੂ ਦੀ ਸੰਗਤ ਵਿੱਚ ਰਹਿ ਕੇ ਸਾਰਾ ਜਗਤ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ਗੁਰ ਕੈ ਸੰਗ ਤਰਿਆ ਸਭ ਲੋਗ, ਸਾਰਾ ਜਗਤ ਹੀ ਤਰ ਜਾਂਦਾ ਹੈ, ਸਾਰੇ ਲੋਕ ਤਰ ਜਾਂਦੇ ਨੇ। ਗੁਰਦੇਵ ਆਖਦੇ ਨੇ, ਗੁਰ ਕੈ ਬਚਨ ਮੇਰੇ ਕਾਰਜ ਸਿੱਧ,
ਗੁਰ ਕੈ ਬਚਨ ਪਾਇਆ ਨਾਉ ਨਿਦ। ਅੱਜ ਦੀ ਦੌੜ ਭੱਜਦੀ ਜ਼ਿੰਦਗੀ ਵਿੱਚ ਕੌਣ ਐਸਾ ਹੈ ਜਿਹੜਾ ਆਪਣੇ ਕਾਰਜ ਸਿੱਧ ਨਹੀਂ ਕਰਨਾ ਚਾਹੁੰਦਾ? ਸਾਰੇ ਸਫਲ ਕਰਨਾ ਚਾਹੁੰਦੇ ਨੇ ਨਾ। ਨੌ ਨਿਧੀਆਂ ਦਾ ਖਜ਼ਾਨਾ ਕੌਣ ਨਹੀਂ ਚਾਹੁੰਦਾ? ਸਾਰੇ ਹੀ ਚਾਹੁੰਦੇ ਨੇ ਨਾ। ਤੇ ਗੁਰਦੇਵ ਫਿਰ ਤਰੀਕਾ ਕੀ ਦੱਸਦੇ ਨੇ? ਜੇ ਤੂੰ ਕਾਰਜ ਸਿੱਧ ਚਾਹੁੰਦਾ ਤਾਂ ਗੁਰੂ ਦੇ ਉਪਦੇਸ਼ ਨੂੰ ਕਮਾਉਣਾ ਸ਼ੁਰੂ ਕਰ ਦੇ, ਗੁਰੂ ਦੇ ਬਚਨਾਂ ਨੂੰ ਕਮਾਉਣਾ ਸ਼ੁਰੂ ਕਰ ਦੇ, ਤੇ ਇਹ ਨੌ ਨਿਧੀਆਂ ਦਾ ਖਜ਼ਾਨਾ ਵੀ ਤੇਰੇ ਕੋਲ ਆ ਜਾਏਗਾ ਜੇ ਗੁਰੂ ਦੇ ਬਚਨ ਉੱਤੇ ਤੂੰ ਤੁਰੇਂਗਾ। ਪਾਤਸ਼ਾਹ ਕਹਿੰਦੇ ਨੇ, ਜਿਨ ਜਿਨ ਕੀਨੀ ਮੇਰੇ ਗੁਰ ਕੀ ਆਸਾ, ਤਿਸ ਕੀ ਕਟਿਐ ਜਮ ਕੀ ਫਾਸਾ। ਲਓ ਜੀ, ਮੌਤ ਦਾ ਡਰ ਵੀ ਦੂਰ ਕਰ ਦਿੱਤਾ ਹੈ। ਜਿਨ੍ਹਾਂ ਜਿਨ੍ਹਾਂ ਨੇ ਮੇਰੇ ਗੁਰੂ ਦੀ ਟੇਕ ਲਈ ਹੈ ਨਾ ਜੀਵਨ ਵਿੱਚ, ਉਹਨਾਂ ਦੀਆਂ ਜਮ ਦੀਆਂ ਫਾਈਆਂ ਵੀ ਕੱਟ ਦਿੱਤੀਆਂ ਨੇ ਮੇਰੇ ਗੁਰੂ ਨੇ। ਕਿਉਂ? ਕਿਉਂਕਿ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਗੁਰਦੇਵ ਅਖੀਰਲਾ ਬਚਨ ਕਰ ਰਹੇ ਨੇ ਇਸ ਸ਼ਬਦ ਵਿੱਚ, ਗੁਰ ਕੈ ਬਚਨ ਜਾਗਿਆ ਮੇਰਾ ਕਰਮ, ਨਾਨਕ ਗੁਰ ਭੇਟਿਆ ਪਾਰ ਬ੍ਰਹਮ। ਹੇ ਇਨਸਾਨ, ਤੂੰ ਅੱਜ ਤੱਕ ਆਪਣੀ ਕਿਸਮਤ ਨੂੰ ਲੈ ਕੇ ਰੋਂਦਾ ਰਿਹਾ, ਆਪਣੇ ਭਾਗਾਂ ਨੂੰ ਲੈ ਕੇ ਰੋਂਦਾ ਰਿਹਾ। ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਜੇ ਗੁਰੂ ਦੇ ਬਚਨਾਂ ਤੇ ਤੂੰ ਤੁਰ ਪਵੇਂ ਤਾਂ ਮੈਂ ਦਾਅਵੇ ਨਾਲ ਕਹਿੰਦਾ ਤੇਰੇ ਵੀ ਕਿਸਮਤ ਜਾਗ ਪਏਗੀ, ਤੇਰੇ ਵੀ ਭਾਗ ਜਾਗ ਪੈਣਗੇ। ਤੇ ਯਾਦ ਰੱਖ, ਜਿਸ ਦਿਨ ਭਾਗ ਜਾਗ ਗਏ, ਜਿਸ ਦਿਨ ਕਿਸਮਤ ਜਾਗ ਉੱਠੀ, ਤੈਨੂੰ ਗੁਰੂ ਮਿਲ ਜਾਏਗਾ। ਤੇ ਜਦੋਂ ਗੁਰੂ ਮਿਲ ਗਿਆ ਤੇ ਯਾਦ ਰੱਖ, ਫਿਰ ਪਾਰ ਬ੍ਰਹਮ ਪਰਮਾਤਮਾ ਜੋ ਕਿ ਇਸ ਪੂਰੇ ਸੰਸਾਰ ਦਾ ਮਾਲਕ ਹੈ, ਸੁਖ ਦੇਣ ਵਾਲਾ ਹੈ, ਉਹ ਤੈਨੂੰ ਪ੍ਰਾਪਤ ਹੋ ਜਾਏਗਾ। ਬਸ ਤੁਰਨਾ ਗੁਰੂ ਦੇ ਬਚਨਾਂ ਮੁਤਾਬਕ ਹੈ, ਕਮਾਉਣੇ ਗੁਰੂ ਦੇ ਬਚਨ ਨੇ। ਤੇ ਇਹ ਬਚਨ ਕਿਵੇਂ ਕਮਾਉਣੇ ਨੇ? ਇਹ ਸੂਰਜ ਪ੍ਰਕਾਸ਼ ਦਾ ਕਰਤਾ ਕਵੀ ਸੰਤੋਖ ਸਿੰਘ ਕਹਿੰਦਾ ਹੈ ਕਿ ਜਿਮ ਨਿਸ ਦਿਨ ਕਰ ਕਾਜ ਸਵਾਰਤ, ਤਿਆਗੋ ਕਬਹੂ ਨਾ ਲਾਗੈ ਪਿਆਰੇ। ਘਰ ਦੇ ਕਾਰਜ ਅਸੀਂ ਸਵਾਰਦੇ ਹਾਂ ਨਾ, ਕਿ ਵਿਚਕਾਰ ਛੱਡਣੇ ਸਾਨੂੰ ਚੰਗੇ ਲੱਗਦੇ ਨੇ? ਉਹ ਨਹੀਂ ਨਹੀਂ, ਅਸੀਂ ਉਹਨਾਂ ਕਾਰਜਾਂ ਨੂੰ ਸੰਪੂਰਨ ਕਰਦੇ ਹਾਂ ਵੀ ਵਿਚਕਾਰ ਨਾ ਰਹਿ ਜਾਏ। ਜਿਮ ਨਿਸ ਦਿਨ ਕਰ ਕਾਜ ਸਵਾਰਤ, ਤਿਆਗੋ ਕਬਹੂ ਨ ਲਾਗੈ ਪਿਆਰੇ, ਤਥਾ ਪਿਆਰ ਧਰੋ ਗੁਰਬਾਣੀ। ਇਸੇ ਤਰ੍ਹਾਂ ਗੁਰਬਾਣੀ ਨੂੰ ਪਿਆਰ ਕਰੋ, ਤਥਾ ਪਿਆਰ ਧਰੋ ਗੁਰਬਾਣੀ। ਸਨੇਹ ਸਨੇਹ ਮੋੜੈ ਮਨ ਮਾਹੀ, ਆਪਣੇ ਮਨ ਨੂੰ ਹੌਲੀ ਹੌਲੀ ਗੁਰੂ ਦੇ ਸ਼ਬਦ ਵੱਲ ਮੋੜ ਕੇ ਲੈ ਕੇ ਆਓ। ਧਰਿਓ ਅਰਥ ਜੋ ਸ਼ਬਦ ਮੰਝਾਰਾ, ਬਾਰ ਬਾਰ ਉਰ ਕਰੋ ਵਿਚਾਰਾ। ਗੁਰੂ ਦੇ ਸ਼ਬਦ ਨੂੰ ਆਪਣੇ ਮਨ ਵਿੱਚ ਟਿਕਾਓ, ਬਾਰ ਬਾਰ ਉਹਦੇ ਉੱਤੇ ਵਿਚਾਰ ਕਰੋ। ਗੁਰੂ ਕੀ ਕਹਿੰਦਾ ਹੈ, ਅਸੀਂ ਕੀ ਕਰ ਰਹੇ, ਕਿਆ ਗੁਰ ਕਹੇ ਕਰੇ ਹਮ ਕਿਆ, ਸਨੇ ਸਨੇ ਮੋੜੈ ਮਨ ਮਾਂ। ਬਸ ਹੌਲੀ ਹੌਲੀ ਇਸ ਮਨ ਨੂੰ ਵਿਕਾਰਾਂ ਵੱਲੋਂ ਮੋੜਾਂਗੇ, ਗੁਰੂ ਦੇ ਸ਼ਬਦ ਨੂੰ ਕਮਾਵਾਂਗੇ ਤਾਂ ਜ਼ਿੰਦਗੀ ਸੋਹਣੀ ਸੁਹਾਵਣੀ ਤੇ ਆਨੰਦਮਈ ਪ੍ਰਤੀਤ ਹੋਵੇਗੀ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰ ਲੈਣੀਆਂ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਬਖਸ਼ ਦੇਣੀਆਂ ਜੀ। ਭੁੱਲਾਂ ਮੇਰੀਆਂ ਨੇ, ਬਚਨ ਸਤਿਗੁਰੂ ਕੇ ਜਾਣ ਕੇ ਆਪਣੇ ਜੀਵਨ ਵਿੱਚ ਕਮਾਉਣਾ ਜੀ। ਅਰਦਾਸ ਕਰਨੀ, ਦੇਹੋ ਸੱਜਣ ਆਸੀਸੜੀਆਂ, ਜੋ ਹੋਵੇ ਸਾਹਿਬ ਸਿਉ ਮੇਲ, ਜੋ ਹੋਵੇ ਸਾਹਿਬ ਸਿਉ ਮੇਲ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।